सूरज भाजी ਪੀਜੀਆਈ ਵਿੱਚ ਪੋਸਟਮਾਰਟਮ ਤੋਂ ਬਾਅਦ ਗੈਂਗਸਟਰ ਜੈਪਾਲ ਭੁੱਲਰ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਸਣੇ ਪੁਲਿਸ ਫੋਰਸ ਵੀ ਮੌਜੂਦ ਰਹੀ। ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਸ਼ਮਸ਼ਾਨ ਘਾਟ ਵਿੱਚ ਜੈਪਾਲ ਭੁੱਲਰ ਦੀ ਚਿਤਾ ਨੂੰ ਉਸ ਦੇ ਭਰਾ ਅੰਮ੍ਰਿਤਪਾਲ ਭੁੱਲਰ ਨੇ ਅਗਨ ਭੇਟ ਕੀਤੀ। ਅੰਮ੍ਰਿਤਪਾਲ ਭੁੱਲਰ ਜੋ ਕਿ ਬਠਿੰਡਾ ਜੇਲ੍ਹ ਵਿੱਚ ਬੰਦ ਹੈ, ਉਸ ਨੂੰ ਪੁਲਿਸ ਸਿਕਿਉਰਿਟੀ ਵਿੱਚ ਬਠਿੰਡਾ ਜੇਲ੍ਹ ਤੋਂ ਲਿਆਂਦਾ ਗਿਆ ਸੀ। ਸੰਸਕਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ ਕਿ ਪੀਜੀਆਈ ਵੱਲੋਂ ਦਿੱਤੀ ਗਈ ਪੋਸਟਮਾਰਟਮ ਰਿਪੋਰਟ ਵਿੱਚ ਜੈਪਾਲ ਭੁੱਲਰ ਦੇ 22 ਸੱਟਾਂ ਵੱਜੀਆਂ ਨੇ। ਪਿਤਾ ਜਿਹੜੇ ਨੇ ਜੈਪਾਲ ਭੁੱਲਰ ਦੇ ਭੁਪਿੰਦਰ ਸਿੰਘ, ਉਹਨਾਂ ਨੇ ਸਵਾਲ ਚੱਕੇ ਨੇ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਡਾਕਟਰ ਇਹ ਲਿਖਦੇ ਪਏ ਨੇ ਕਿ ਉਹਨੂੰ ਟਾਰਚਰ ਨਹੀਂ ਕੀਤਾ ਗਿਆ। ਜੇ ਟਾਰਚਰ ਨਹੀਂ ਕੀਤਾ ਗਿਆ ਤਾਂ ਉਹਦੇ 22 ਸੱਟਾਂ ਕਿੱਥੋਂ ਆ ਗਈਆਂ? ਜੇ 22 ਸੱਟਾਂ ਨੇ ਫਿਰ ਉਹਨੂੰ ਕਿਵੇਂ ਕਹਿ ਸਕਦੇ ਆ ਕਿ ਨਹੀਂ? ਜਦਕਿ ਪੋਸਟਮਾਰਟਮ ਰਿਪੋਰਟ ਅੱਗੇ ਵੀ ਕਈ ਦੇਖੀ ਦੀਆਂ ਨੇ, ਕਦੀ ਡਾਕਟਰਸ ਵਿੱਚ ਇਹ ਕਦੀ ਮੈਂਸ਼ਨ ਨਹੀਂ ਕਰਦੇ ਕਿ ਉਹਨੂੰ ਟਾਰਚਰ ਨਹੀਂ ਕੀਤਾ ਗਿਆ ਜਾਂ ਟਾਰਚਰ ਕੀਤਾ ਗਿਆ। ਡਾਕਟਰ ਇਹੀ ਰਿਪੋਰਟ ਦੇਣੀ ਹੁੰਦੀ ਹੈ ਕਿ ਉਹਨੂੰ ਸੱਟਾਂ ਲੱਗੀਆਂ, ਕਿੰਨੀਆਂ ਲੱਗੀਆਂ, ਸ਼ਾਰਪ ਹੈ, ਬਲੰਡ ਹੈ, ਕੀ ਹੈ। ਲੇਕਿਨ ਜੋ ਹੁਣ ਨਵੀਂ ਚੀਜ਼ ਸਾਹਮਣੇ ਆਈ ਹੈ ਉਹਦੇ ਪਿਤਾ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਇਹ ਰਿਪੋਰਟ ਨੂੰ ਮੈਨੂਪਲੇਟ ਕੀਤਾ ਗਿਆ ਹੈ। ਜਿਹੜੇ ਵਕੀਲ ਲੋਕ ਆ ਉਹਨਾਂ ਵੀ ਪੜ੍ਹੀ ਆ, ਉਹਨਾਂ ਨੂੰ ਇਹ ਹੋਇਆ ਵੀ ਉਹਨਾਂ ਦੇ ਕੋਈ ਬਹੁਤ ਦਬਾਅ ਸੀਗਾ ਅਤੇ ਉਹ ਇੱਕ ਚੀਜ਼ ਉਹ ਦਬਾਅ ਕਾਰਨ ਲੈ ਗਏ ਵੀ ਇਹ ਫਿਜ਼ੀਕਲ ਟਾਰਚਰ ਨਹੀਂ ਹੋਇਆ ਜਾਂ ਹਿਰਾਸਤ 'ਚ ਟਾਰਚਰ ਨਹੀਂ ਹੋਇਆ। ਜਦੋਂ ਕਿ ਤੁਸੀਂ ਸਾਰੇ ਸਿਆਣੇ ਸਮਝਦੇ ਹੋ ਵੀ ਡਾਕਟਰ ਤਾਂ ਸਿਰਫ ਬਾਡੀ ਦੀ ਰਿਪੋਰਟ ਦੇ ਸਕਦੇ ਆ ਅਤੇ ਸੱਟਾਂ ਦੇਣ ਡੇ ਆ। ਜੇ ਉਹਦੇ 22 ਸੱਟਾਂ ਲੱਗੀਆਂ ਅਤੇ ਉਹ ਕਿਵੇਂ ਲੱਗੀਆਂ? ਉਹ ਕੋਈ ਕਿਸੇ ਜੰਗ ਦਾ ਅਭਿਆਸ ਕਰ ਰਿਹਾ ਸੀ, ਜਿਵੇਂ ਪੁਰਾਣੇ ਜ਼ਮਾਨੇ 'ਚ ਕਰਾਏ ਜਾਂਦੇ ਸੀ ਵੀ ਸ਼ਸਤਰਾਂ ਦਾ ਅਭਿਆਸ ਕਰ ਰਿਹਾ ਸੀ ਅਤੇ ਅਭਿਆਸ ਦੌਰਾਨ ਉਹਨੂੰ ਸੱਟਾਂ ਲੱਗ ਗਈਆਂ। ਅਤੇ ਜੇ ਸੱਟਾਂ ਲੱਗੀਆਂ ਤਾਂ ਟਾਰਚਰ ਫਿਰ ਕਿਉਂ ਨਹੀਂ ਹੋਇਆ? ਉਹ ਟਾਰਚਰ ਨਾਲ ਹੀ ਸੱਟਾਂ ਲੱਗੀਆਂ। ਉਹ ਬਿਲਕੁਲ ਹੁਣ ਮੈਨੂੰ ਇਹ ਆ ਵੀ ਦੱਸੋ ਕਿੱਥੇ ਜਾਈਏ? ਅਸੀਂ ਸੁਪਰੀਮ ਕੋਰਟ ਗਏ, ਮਾਨਯੋਗ ਸੁਪਰੀਮ ਕੋਰਟ ਨੇ ਸਾਡੀ ਗੱਲ ਸੁਣੀ ਅਤੇ ਜਿੱਥੋਂ ਤੱਕ ਪਤਾ ਲੱਗਾ ਵੀ ਉਹ ਪਹਿਲੀ ਸਟੇਜ 'ਤੇ ਇੱਥੇ ਕਿਸੇ ਬੰਦੇ ਨੇ ਉਹ ਵਕੀਲ ਹਾਇਰ ਕਰਾ ਤਾ। ਉਹ ਜਿਹੜਾ ਵਕੀਲ ਸੀ ਸਿਮਰਨ, ਉਹ ਕੁਆਲੀਫਾਈ ਵਕੀਲ ਨਹੀਂ ਸੀ। ਉਹਨੇ ਇੱਕ ਡੇਢ ਪੇਜ ਦੀ ਉਹ ਪਾਈ ਪਟੀਸ਼ਨ। ਉਹ ਸਾਡੇ ਤੋਂ ਲੇਟ ਆਇਆ, ਸੰਦ ਕਹਿੰਦਾ ਸੀ ਮੈਂ ਹੁਣੇ ਹੀ ਪਾਤੀ, ਮੈਂ ਡਿਪਰੈਸ਼ਨ 'ਚ ਸੀ ਅਤੇ ਹੋਰ ਵੀ ਚਲੋ ਵਕੀਲ ਕਰਦੇ। ਅਤੇ ਉਹ ਲਾ ਲਓ ਵੀ ਨਾ ਤਜਰਬੇਕਾਰ ਸੀ। ਅਤੇ ਅਸੀਂ ਉੱਥੇ ਸਾਨੂੰ 11 ਦਾ ਟਾਈਮ ਸੀ, ਅਸੀਂ ਉਸ ਦਿਨ 10:30 ਪਹੁੰਚ ਗਏ ਅਤੇ ਉਹ 11:30 ਆਇਆ, ਆਣ ਕੇ ਸਾਈਨ ਕਰਾ ਕੇ ਇੱਕ ਬੜਿਆ ਅਤੇ ਟਾਈਪ ਕਰਾ ਕੇ ਅਤੇ ਇੱਕ ਡੇਢ ਕਾਗਜ਼ ਦੀ ਉਹਨੇ ਪਾ ਦਿੱਤੀ। ਅਤੇ ਉਹਦੇ ਤੋਂ ਅਤੇ ਉਹ ਹੁਣ ਜਦੋਂ ਇਸ ਤਰ੍ਹਾਂ ਕੋਈ ਕਰਦਾ ਅਤੇ ਉਹਦਾ ਅਸਰ ਤਾਂ ਕਲਾਇੰਟ ਨੂੰ ਹੁੰਦਾ ਨਾ। ਉਹਨੇ ਉਦੋਂ ਹੀ ਮਸ਼ਹੂਰੀ ਉੱਥੇ ਕਰਨਾ ਸ਼ੁਰੂ ਕਰਤਾ, ਸੱਦ ਲਏ ਜੀ ਇਹ ਜ਼ਰੂਰੀ ਆ। ਅਤੇ ਮੁੜ ਕੇ ਬੇਵਜ੍ਹਾ ਉਹ ਮੀਡੀਆ 'ਤੇ ਜਾ ਕੇ ਊਟ ਪਟਾਂਗ ਬੋਲਦਾ ਰਿਹਾ। ਅਤੇ ਹੁਣ ਅੰਦਰ ਕੋਰਟ 'ਚ ਗੱਲਾਂ ਹੋਈਆਂ, ਕੀ ਹੋਈਆਂ, ਇਹ ਕੋਈ ਘੱਟੋ ਘੱਟ ਲਾਇਰ ਨੂੰ ਤਾਂ ਨਹੀਂ ਨਾ ਕਰਨੀਆਂ ਚਾਹੀਦੀਆਂ। ਹਾਂ, ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ। ਅਦਾਲਤ ਦੀਆਂ ਗੱਲਾਂ ਉਹਦੇ ਰਿਜ਼ਲਟ ਦਾ ਕਰਨਾ ਚਾਹੀਦਾ। ਅਤੇ ਹੁਣ ਦੇਖ ਲਓ ਵੀ ਉਹਦੇ ਹੁਕਮ ਨਾਲ ਹੀ ਕਰਾਇਆ ਅਤੇ ਸੱਟਾਂ ਵੀ ਲਿਖ ਗਏ ਅਤੇ ਇਹ ਲਿਖ ਗਏ ਵੀ ਉਹ ਨਹੀਂ ਆਈਆਂ। ਤੁਸੀਂ ਤਾਂ ਬਹੁਤ ਸਿਆਣੇ ਜੇ। ਦੇਖੋ ਵੀ ਉਹ ਲੋਕ ਜਿਹੜੇ ਆ ਲਿਖਣ ਵਾਲੇ ਜਿਹੜੇ ਉਹ ਸਾਹਿਬਾਨ ਨੇ, ਉਹਨਾਂ 'ਤੇ ਸਰਕਾਰ ਦਾ ਕਿੰਨਾ ਪ੍ਰੈਸ਼ਰ ਹੋਏ। ਕਿੰਨੀਆਂ ਸੱਟਾਂ ਮਤਲਬ ਕਿ ਰਿਪੋਰਟ ਮੁਤਾਬਕ 22 ਸੱਟਾਂ ਤੁਸੀਂ ਸੁਣੀ ਰਹੇ ਹੋ ਅਤੇ ਉਹਨਾਂ ਕੀ ਸਵਾਲ ਪਲੀਜ਼ ਗੱਲ ਆਪਾਂ ਕਰੀਏ ਅਤੇ ਪੀਜੀਆਈ ਜਿਹੜਾ ਸੈਂਟਰ ਦੇ ਅਧੀਨ ਆਉਂਦਾ, ਪੰਜਾਬ ਸਰਕਾਰ ਦੇ ਅੰਦਰ ਨਹੀਂ ਆਉਂਦਾ, ਉਹ ਕਿਸੇ ਦਾ ਪ੍ਰੈਸ਼ਰ ਕਿਉਂ ਮੰਨਦਾ? ਇਹ ਜਿਹੜੇ IPS ਆ, ਇਹਨਾਂ ਦੀ ਇੱਕ ਐਸੋਸੀਏਸ਼ਨ ਆ। IAS ਅਤੇ IPS ਦੀ ਬੜੀ ਵੱਡੀ ਲੋਬੀ ਹੈ ਜਿਹੜੀ ਇਹ ਸਾਰੇ ਇੰਡੀਆ ਦੇ ਵਿੱਚ ਕੰਮ ਕਰਦੀ ਆ। ਉਹ ਅਫਸਰ ਤਾਂ ਉਹੀ ਨੇ, ਸੈਂਟਰ 'ਚ ਵੀ ਉਹ IAS ਅਫਸਰ ਨੇ, IPS ਨੇ, ਇੱਧਰ ਵੀ IPS ਨੇ। ਅਤੇ ਉਹ ਲੋਬੀ ਜਿਹੜੀ ਅਫਸਰ ਉੱਤੋਂ ਅਫਸਰਾਂ ਦੇ ਆਖੇ ਕਰਦੀ ਆ। ਇਹਨਾਂ ਦੀ ਐਸੋਸੀਏਸ਼ਨ ਆ, ਦੋਵਾਂ ਲੋਬੀਆਂ ਦੀ। ਅਤੇ ਉਹ ਜਦੋਂ ਕਿਸੇ ਅਫਸਰ 'ਤੇ ਮੈਂ ਸਿੱਧਾ DGP 'ਤੇ ਅਤੇ ਉਹ DIG ਜਾਂ ਪਤਾ ਨਹੀਂ IG ਗੁਰਮੀਤ ਸਿੰਘ ਚੌਹਾਨ, ਅਤੇ ਮੈਂ ਇਹ ਕਹਿ ਰਿਹਾ ਸੀ ਉਹਨਾਂ ਨੂੰ ਪਤਾ ਸੀ ਵੀ ਸਾਡੇ ਹੁਕਮ ਨਾਲ ਸਭ ਕੁਛ ਹੋਇਆ, ਸਾਡੀ ਉਹ ਹੋਇਆ ਅਤੇ ਉਹ ਇਹ ਸਾਰੇ ਪ੍ਰਬੰਧ ਕਰ ਰਹੇ ਨੇ।
ਤੇ ਹੁਣ ਇੱਕ ਮੇਰੇ ਵਰਗਾ ਗਰੀਬ ਆਦਮੀ, ਮੇਰੇ ਵਰਗਾ ਗਰੀਬ ਬੁੱਢਾ ਨੌਜਵਾਨ ਪੁੱਤ ਦੀ ਲਾਸ਼ ਲੈ ਕੇ ਇੱਧਰ ਦੱਸੋ ਮੈਂ ਹੁਣ ਕਿੱਥੇ ਜਾਵਾਂ, ਧਰਮਰਾਜ ਕੋ ਜਾਵਾਂ ਤੇ ਕੀ ਕਰਾਂ। ਤੇ ਬਾਕੀ ਉਹਨਾਂ ਚਲੋ ਜੇ ਇੰਜਰੀ ਵੀ ਨਾ ਲਿਖਦੇ ਤੇ ਮੈਂ ਉਹਨਾਂ ਦਾ ਕੀ ਕਰ ਲੈਣਾ ਸੀ। ਮੈਂ ਤਾਂ ਡਾਕਟਰਾਂ ਦਾ ਇੰਨਾ ਵੀ ਧੰਨਵਾਦੀ ਹਾਂ ਵੀ ਤੁਸੀਂ ਚਲੋ ਤੁਸੀਂ ਵੀ ਜੋਬ ਕਰਦੇ ਹੋ ਤੇ ਤੁਹਾਡੀ ਕੋਈ ਜੋਬ ਦੀ ਨੌਕਰੀ ਦੀ ਮਜਬੂਰੀ ਹੋਏਗੀ, ਤੇ ਜੇ ਤੁਸੀਂ ਇੰਜਰੀ ਵੀ ਨਾ ਲਿਖਦੇ ਤੇ ਮੈਂ ਕੀ ਕਰਦਾ। ਤੇ ਦੁਬਾਰਾ ਕੋਰਟ 'ਚ ਵੀ ਜਾਂਦੇ ਤੇ ਉਹ ਕਹਿੰਦੇ ਵੀ ਅੱਗੇ ਦੁਬਾਰਾ ਪੋਸਟਮਾਰਟਮ ਕਰਾਇਆ, ਹੁਣ ਅਸੀਂ ਕੀ ਕਰੀਏ। ਉਹਨਾਂ ਦੇ ਵੀ ਆਪਣੇ ਹੁੰਦੇ ਆ, ਅਦਾਲਤ ਦੇ ਵੀ। ਤੇ ਮੈਂ ਬਹੁਤ ਹਾਈ ਕੋਰਟ ਦਾ ਤੇ ਸੁਪਰੀਮ ਕੋਰਟ ਦਾ, ਸਿਰਫ ਉਹਨਾਂ ਦਾ ਤੇ ਤੁਹਾਡਾ ਮੈਂ ਕਰਦਾ ਵੀ ਇੱਕ ਕਰਕੇ ਦੁਬਾਰਾ ਪੋਸਟਮਾਰਟਮ ਹੋ ਸਕਿਆ ਤੇ ਉਹ ਆਈਆਂ। ਬਾਕੀ ਉਹ ਇੰਜਰੀ ਜਿਹੜੀ, ਹਾਂ ਇੱਕ ਗੱਲ ਹੈ ਵੀ ਉਹ ਇੰਜਰੀ ਉਹਨੂੰ ਜਿੰਦਾ ਹੁੰਦਿਆਂ ਲੱਗੀਆਂ, ਉਹਨੂੰ ਜਿਹੜੀਆਂ ਸੱਟਾਂ ਨੇ ਉਹ ਜਿੰਦਾ ਹੁੰਦਿਆਂ ਰਿਪੋਰਟ 'ਚ ਆਇਆ ਵੀ ਸੱਟਾਂ ਲੱਗੀਆਂ। ਤੇ ਥੱਲੇ ਡਾਕਟਰ 2 ਲਾਈਨਾਂ ਲਿਖ ਦਿੰਦੇ ਆ ਵੀ ਉਹ ਟਾਰਚਰ ਨਹੀਂ ਕੀਤਾ ਗਿਆ। ਉਹਨੂੰ ਜਦੋਂ ਜਿੰਦਾ ਨੂੰ ਸੱਟਾਂ ਲੱਗੀਆਂ ਤੇ ਉਦੋਂ ਬਾਅਦ ਉਹਨੂੰ ਗੋਲੀਆਂ ਮਾਰੀਆਂ। ਤੇ ਤੁਸੀਂ ਦੱਸੋ ਵੀ ਇਹ ਡਾਕਟਰ ਦੀ ਕੀ ਮਜਬੂਰੀ ਹੋਏਗੀ ਥੱਲੇ ਉਹਨੂੰ ਇਹ ਗੱਲ ਨਾ ਪੁੱਛੀ ਕਿ ਉਹ ਨਾ ਲਿਖਦਾ ਕੁਛ ਵੀ, ਇਹ ਗੱਲ ਨਾ ਲਿਖਦਾ ਟਾਰਚਰ ਹੋ ਜੂ ਕਿ ਉਹ ਕੋਈ ਡਾਕਟਰ ਉੱਥੇ ਵੀਡੀਓਗ੍ਰਾਫੀ ਤੇ ਕਰਨੀ ਸੀ ਰਿਹਾ ਜੋ ਪੁਲਿਸ ਟਾਰਚਰ ਕਰ ਰਹੀ ਸੀ ਜਾਂ ਫੜ ਰਹੀ ਸੀ। ਤੇ ਉਹਨੂੰ ਇੱਕ ਗੱਲ ਦਾ ਕੀ ਪਤਾ ਜੇ ਫਿਜ਼ੀਕਲ ਟਾਰਚਰ ਨਹੀਂ ਲੱਗੀਆਂ ਤਾਂ ਹੋਰ ਕੋਈ ਉਹ WWF ਕਰ ਰਿਹਾ ਸੀ ਵੀ ਉੱਥੇ ਖਾੜਾ ਸੀ ਵੀ ਲੱਗ ਗਈਆਂ। ਡਾਕਟਰ ਨੂੰ ਏਡੇ ਵੱਡੇ ਅਹੁਦੇ 'ਤੇ ਰਹਿ ਕੇ ਥੋੜ੍ਹਾ ਬਹੁਤਾ ਰੱਬ ਤੋਂ ਡਰਨਾ ਚਾਹੀਦਾ ਸੀ। ਪਰ ਇੱਥੇ ਤੁਹਾਨੂੰ ਹੀ ਪਤਾ ਤੇ ਮੈਨੂੰ ਹੀ ਪਤਾ ਵੀ ਇੱਥੇ ਕੋਈ ਚੀਜ਼ ਨਹੀਂ। ਜੇ ਆ ਇੱਕ ਪੋਸਟਮਾਰਟਮ ਕਰਾਉਣ ਲਈ ਕਿੰਨੇ ਦਿਨ ਜਾਂ ਕਿੱਥੇ ਕਿੱਥੇ ਧੱਕੇ ਖਾਣੇ ਪਏ, ਕਿਵੇਂ ਮੈਨੂੰ ਚੱਕਰ 'ਚ ਪਾਇਆ ਗਿਆ, ਕਿਵੇਂ ਗਲਤ ਵਕੀਲ ਹਾਇਰ ਕਰਾਇਆ ਗਿਆ, ਉਹ ਹੁਣ ਕੀ ਪਤਾ ਕੀ ਗੱਲ ਹੋਏਗੀ ਜਿਹਨੇ 1 ਪੇਜ ਦੀ ਪਾ ਕੇ ਤੇ ਇਹ ਕੀਤਾ। ਤੇ ਫਿਰ ਦੁਬਾਰਾ ਸੁਪਰੀਮ ਕੋਰਟ ਜਾਣਾ ਪਿਆ, ਮਾਨਯੋਗ ਸੁਪਰੀਮ ਕੋਰਟ ਨੇ ਫਿਰ ਆਰਡਰ ਕੀਤੇ, ਫਿਰ ਉਹ ਹਾਈ ਕੋਰਟ ਨੇ ਆਰਡਰ ਕੀਤੇ ਵੀ, ਫਿਰ ਉਹੋ ਹੀ ਹੋਇਆ। ਫਿਰ ਠੀਕ ਕਿਉਂ ਹੋ ਗਿਆ, ਫਿਰ ਪੋਸਟਮਾਰਟਮ ਦੁਬਾਰਾ ਹੋਇਆ। ਫਿਰ ਤੁਹਾਡੇ ਸਾਹਮਣੇ ਮੈਂ ਉੱਥੋਂ ਕੈਂਡੀ ਮੰਗ ਕੇ ਤੇ ਉਹ ਰੱਖੀ, ਇਹਨਾਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕੀਤੀ ਵੀ ਕਿਵੇਂ ਨਾ ਕਿਵੇਂ ਡੈੱਡ ਬੋਡੀ ਹੋ ਜੇ। ਜਨਰੇਟਰ ਰੱਖਿਆ ਇੱਥੇ ਤੇ 1 ਮਿੰਟ ਵੀ ਮਿਸ ਨਹੀਂ ਕੀਤਾ, ਤੁਹਾਡੇ ਸਾਹਮਣੇ ਉਹਨੂੰ ਕੀਤਾ। ਲਾਸਟ ਜਦੋਂ ਵੇਖੋ ਪਹਿਲਾਂ ਮੈਂ ਉਹਨਾਂ ਨੂੰ ਕਹਿੰਦਾ ਵੀ ਅਸੀਂ ਇਕੱਠੇ ਕਰਕੇ ਪੈਸੇ ਦੇ ਦਿੰਦੇ ਹਾਂ ਕਿਰਾਇਆ, ਉਹ ਜੇ ਕੁਛ ਲੋਕ ਮੈਨੂੰ ਕਹਿੰਦੇ ਵੀ ਅਸੀਂ 1000 2000 ਕਰ ਦਿੰਦੇ ਹਾਂ ਜੀ। ਤੇ ਜੇ ਇਹ ਉਹ ਬਾਅਦ 'ਚ ਸੁਪਰੀਮ ਕੋਰਟ ਦੇ ਆਰਡਰ ਨਾਲ ਕਿਸੇ ਦੀ ਡੋਨੇਟ ਕੀਤੀ ਮਸ਼ੀਨ ਇੱਥੇ ਲਾ ਸਕਦੇ ਆ ਤੇ 12 ਤਰੀਕ ਨੂੰ ਵੀ ਲਾ ਸਕਦੇ ਸੀ। ਮੈਂ ਜੋ DC ਸਾਹਿਬ ਕੋਲ ਗਿਆ ਸਾਂ ਤੇ ਮੁੜ ਕੇ ਹਾਈ ਕੋਰਟ ਗਿਆ ਤੇ ਉਹਨਾਂ ਨੂੰ ਵੀ ਕਿਹਾ ਤੇ ਉਹ ਉਦੋਂ ਵੀ ਲੱਗ ਸਕਦੀ ਸੀ। ਇੱਥੇ ਦੇ ਮੇਰੇ ਵਰਗਿਆਂ ਲੋਕਾਂ ਦਾ ਇਸ ਦੇਸ਼ 'ਚ ਪਹਿਲਾਂ ਗੱਲ ਤੇ ਤੁਸੀਂ ਸਮਝਦੇ ਹੋ ਵੀ ਉੱਥੇ ਜਾਣਾ ਕੋਈ ਸੌਖਾ ਕੰਮ ਨਹੀਂ। ਆਮ ਬੰਦਾ ਜਾਂ ਅਨਪੜ੍ਹ ਅਸੀਂ ਤੇ ਥੋੜ੍ਹੇ ਜਿਹੇ ਆ ਵੀ ਕਾਨੂੰਨ ਨੂੰ ਸਮਝਣ ਵਾਲੇ ਬੰਦੇ ਸਾਂ ਤੇ ਸਿਰਫ ਕਾਨੂੰਨ ਦੀ ਸਮਝ ਕਰਕੇ ਹੀ ਮਨ 'ਚ ਆਇਆ ਵੀ ਇਹ ਇੰਨਾ ਗਲਤ ਤੇ ਧੱਕਾ ਹੋ ਰਿਹਾ। ਤੇ ਆਮ ਜਿਨ੍ਹਾਂ ਨੂੰ ਇਹ ਕਾਨੂੰਨ ਦਾ ਨਹੀਂ ਪਤਾ ਵੀ ਪੁਲਿਸ ਜੋ ਕਰਦੇ ਜਾਂ ਇੱਧਰ ਉੱਧਰ ਜੋ ਸਮਝਦੇ ਆ ਵੀ ਇਹ ਵੀ ਲਾਸਟ ਆ, ਤੇ ਉੱਥੇ ਇਸ ਦੇਸ਼ 'ਚ ਕੀ ਹੁੰਦਾ ਹੋਵੇਗਾ ਤੇ ਕੀ ਹੋ ਰਿਹਾ, ਇਹ ਇੱਕ ਸੋਚਣ ਵਾਲੀ ਗੱਲ ਹੈ। ਤੇ ਹੁਣ ਜਿਹੜੀ ਤੁਸੀਂ ਦੱਸਿਆ ਵੀ ਉਹ ਯਾਦਵਿੰਦਰ 4 ਲਾਸਟ ਲੈਣਾ, ਉਹਨੂੰ ਸਾਰੀ ਰਿਪੋਰਟ ਪੜ੍ਹਨੀ ਚਾਹੀਦੀ ਹੈ। ਮੇਰੀ ਯਾਦਵਿੰਦਰ ਨਾਲ ਗੱਲ ਹੋਈ ਹੈ, ਮੈਂ ਤੂੰ ਟੋਟਲ ਰਿਪੋਰਟ ਤੇ ਪੜ੍ਹ ਕੇ 22 ਇੰਜਰੀ ਲਿਖੀ ਆ, ਤੂੰ ਕਿਹਨਾਂ ਵੀ ਟਾਰਚ ਨਹੀਂ, ਤੈਨੂੰ ਤਾਂ ਸਵਾਲ ਖੜਾ ਕਰਨਾ ਚਾਹੀਦਾ। ਤੂੰ ਇੱਕ ਚੰਗਾ ਰਿਪੋਰਟਰ ਆ ਤੇ ਉਹ ਕਰਦਾ ਤੇ ਤੈਨੂੰ ਇਹ ਮੁੱਦਾ ਤੈਨੂੰ ਸਹੀ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ। ਸੱਟਾਂ ਲੱਗੀਆਂ ਤੇ ਜਿੰਦਿਆਂ ਲੱਗੀਆਂ ਤੇ ਉਹ ਸੱਟਾਂ ਜਿਹੜੀਆਂ ਫਿਜ਼ੀਕਲ ਟਾਰਚਰ ਨਹੀਂ ਹੈ, ਉਹ ਮਾਲਸ਼ ਕਰਦਿਆਂ ਲੱਗੀਆਂ। ਫਿਜ਼ੀਕਲ ਟਾਰਚਰ ਉਹਨਾਂ ਨਹੀਂ ਕੀਤਾ, ਆਪਣੀ ਵੱਲੋਂ ਕੋਸ਼ਿਸ਼ ਕੀਤੀ ਪੂਰੀ, ਪੁਲਿਸ ਨੇ ਕੁਛ ਨਹੀਂ ਕੀਤਾ। ਤੇ ਸੱਟਾਂ ਵੀ ਉਹਨੂੰ ਇਹ ਪਤਾ ਸੀ, ਮੈਂ ਉੱਥੇ ਕਹਿ ਦਿੱਤਾ ਸੀ ਵੀ ਜੇ ਉਹ ਨਾ ਹੋਇਆ ਤਾਂ ਮੈਂ ਦੁਬਾਰਾ ਕੋਰਟ 'ਚ ਜਾਵਾਂਗਾ। ਮੈਂ ਉੱਥੇ ਡਾਕਟਰਾਂ ਸਾਹਮਣੇ ਕਹਿ ਦਿੱਤਾ ਸੀ ਅੰਦਰ
ਤੇ ਮੈਂ ਉਹਨਾਂ ਨੂੰ ਆਪ ਅੰਦਰ ਜਾ ਕੇ ਡੈੱਡ ਬੋਡੀ ਆਪਣੇ ਇਹਨਾਂ ਹੱਥਾਂ ਨਾਲ, ਨੰਗੇ ਹੱਥਾਂ ਨਾਲ ਮੈਂ ਉੱਥੇ ਉਂਗਲਾਂ ਰੱਖ ਕੇ ਉਹਨਾਂ ਨੂੰ ਵਿਖਾਈਆਂ ਵੀ ਆਹ ਦੇਖੋ ਨਿਸ਼ਾਨ ਹੈ ਜੀ, ਆਹ ਦੇਖੋ ਨਿਸ਼ਾਨ ਹੈ ਜੀ, ਆਹ ਟੁੱਟੀ ਹੈ, ਹੱਡੀ ਟੁੱਟੀ ਸੀ ਉਹ ਵੀ ਪਿਛਲੇ 'ਚੋਂ ਬਣਾ ਗਏ ਤੇ ਉਹ ਵੀ ਉਹ ਲਿਖ ਗਏ ਵੀ ਇੱਥੇ ਜੀ ਗੋਲੀਆਂ ਵੱਜਣ ਨਾਲ ਹੱਡੀ ਟੁੱਟੀ ਹੈ, ਜਦੋਂ ਕਿ ਬਿਲਕੁਲ ਟਾਰਚਰ ਕਰਕੇ ਤੋੜੀ ਗਈ ਸੀ, ਇੱਥੋਂ ਬਾਹਰ ਤੋੜੀ ਗਈ ਸੀ। ਤੇ ਜੇ ਉਹ ਇਹ ਲਿਖ ਦਿੰਦੇ ਵੀ ਉਹ ਬਾਈ ਸੱਟਾਂ ਹੀ ਨਹੀਂ ਲੱਗੀਆਂ, ਫਿਰ ਵੀ ਤੁਸੀਂ ਦੱਸ ਦਿਓ ਵੀ ਮੈਂ ਕਿੱਥੇ ਜਾਂਦਾ। ਹਾਈ ਕੋਰਟ ਸੁਪਰੀਮ ਕੋਰਟ ਜਿਹੜਾ ਬੰਦਾ ਚਲਾ ਗਿਆ ਉਹਦੇ ਕੋਲ ਥਾਂ ਕਿਹੜਾ ਬਚਿਆ। ਤੇ ਉੱਥੇ ਪੂਰੀ ਆਪਣੀ ਵਾਹ ਲਾਉਂਦੇ ਰਹੇ ਵੀ ਨਾ ਹੋਏ, ਤੇ ਲਾਸਟ 'ਤੇ ਇੱਥੇ ਜਿੰਨਾ ਜ਼ੋਰ ਸੀ ਇਹਨਾਂ ਲਾਤਾ। ਇਹ ਚੀਜ਼ 'ਤੇ ਜਿਹੜਾ ਇਹਦੇ ਇੱਕ ਸਵਾਲ ਖੜਾ ਰਹੇਗਾ ਵੀ ਇਹ ਸਰਕਾਰ ਤੇ ਇਹ ਅਫਸਰ IPS ਤੇ IAS ਇਹ ਦੇਸ਼ ਤੇ ਇਹਨਾਂ ਲੋਕਾਂ ਦੇ ਹੀ ਰਹਿਮੋ ਕਰਮ ਤੇ ਆ। ਇੱਕ ਸਿਰਫ ਕੋਰਟ ਬਚੀ ਸੀ, ਪਰ ਉਹਨਾਂ ਕੋਰਟਾਂ ਨੂੰ ਵੀ ਆਪਣੇ ਤਰੀਕੇ ਨਾਲ ਕਰ ਰਹੇ ਆ। ਹਜ਼ਾਰਾਂ ਫੈਸਲੇ ਆਉਂਦੇ ਆ, ਨਹੀਂ ਮੰਨਦੇ, ਉਹਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ। ਫਿਰੋਜ਼ਪੁਰ ਤੋਂ ਗੌਰਵ ਮਣਿਕ ਦੀ ਰਿਪੋਰਟ, ਬਾਬੂਸ਼ਾਹੀ ਟਾਈਮਜ਼।